ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨਾ। ਸਿਮਰਾਂ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਨ। ਹਿਰਦੈ ਨਿਤ ਧਿਆਨ, ਗੁਰ ਰਾਮਦਾਸ ਗੁਣ ਗਾਵ। ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ ਚੌਪਈ। ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਰੁਚਰ ਕਥਾ ਗੁਣ ਗਣ ਯੁਤ ਗੁਣੀਏ। ਮਾਰਗ ਚਲੇ ਜਾਹੇ ਗਤ ਦਾਈ। ਗੋਬਿੰਦ ਲੋਕ ਮਿਲੇ ਕਛ ਆਈ। ਪਰਮ ਸਨਮਾਨਯੋਗ ਸਤਿਗੁਰੂ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ। ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਰੁਚਰ ਕਥਾ ਗੁਣ ਗਣ ਯੁਤ ਭੰਗੁਣੀਏ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਅਧਿਆਇ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਿੰਟ ਗੁਮਰੀ ਜ਼ਿਲ੍ਹੇ 'ਚ ਪਹੁੰਚਦੇ ਨੇ, ਜਿੱਥੇ ਕੋੜੀ ਦੇ ਕੋੜ ਨੂੰ ਦੂਰ ਕੀਤਾ। ਸਤਿਗੁਰੂ ਜੀ ਨੇ ਸ਼ਬਦ ਉੱਥੇ ਉਚਾਰਨ ਕੀਤਾ ਸੀ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇੱਥੋਂ ਮਿੰਟ ਗੁਮਰੀ ਤੋਂ ਹੁੰਦੇ ਹੋਏ ਗੁਰੂ ਸਾਹਿਬ ਜੀ ਅੱਗੇ ਏਮਨਾਬਾਦ ਨੂੰ ਆ ਰਹੇ ਨੇ। ਅਗਲਾ ਅਧਿਆਇ ਸ਼ੁਰੂ ਕਰਦੇ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਜੀ ਨੂੰ, ਹੋਰ ਗੁਰਸਿੱਖਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾ ਰਹੇ ਨੇ ਕਿ ਹੇ ਸਤਿਗੁਰੂ ਜੀ, ਗੁਣਾਂ ਦੇ ਨਾਲ ਭਰੀ ਹੋਈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਗਲੀ ਗੁਣਾ ਜਿਹੜੀ ਕਥਾ ਹੈ ਉਹਨੂੰ ਸੁਣੋ। ਮਾਰਗ ਚਲੇ ਜਾਹੇ ਗਤ ਦਾਈ। ਗੋਬਿੰਦ ਲੋਕ ਮਿਲੇ ਕਛ ਆਈ। ਮਿੰਟ ਗੁਮਰੀ ਤੋਂ ਅੱਗੇ ਗੁਰੂ ਸਾਹਿਬ ਜੀ ਏਮਨਾਬਾਦ ਨੂੰ ਜਾ ਰਹੇ ਨੇ। ਰਸਤੇ ਵਿੱਚ ਚੱਲਦੇ ਚੱਲਦੇ ਕੁਝ ਗੋਬਿੰਦ ਲੋਕ ਮਿਲੇ। ਗੋਬਿੰਦ ਕਹਿੰਦੇ ਨੇ ਰੱਬ ਨੂੰ, ਪਰਮੇਸ਼ਰ ਦੇ ਲੋਕ ਕਿ ਜਿਹੜੇ ਉਹਨੂੰ ਜਪਣ ਵਾਲੇ ਨੇ, ਭਗਤ ਜਨ, ਸ਼ਬਦ ਵਰਤ ਲਈਏ ਸੰਤ ਜਨ। ਉਹ ਸੰਤ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਅੱਗੋਂ ਆ ਕੇ ਮਿਲੇ। ਸਭਨ ਪਤਨ ਪਾਰ ਬੰਧਨ ਠਾਨੀ। ਬੈਠ ਗਏ ਉਚਰੀ ਮੁਖਬਾਨੀ। ਇਹਨਾਂ ਸਾਰੇ ਸੰਤਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ, ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਨੇ। ਅਤੇ ਇਹਨਾਂ ਨੇ ਬੇਨਤੀ ਕਰਦੇ ਹੋਏ ਮੁੱਖ ਤੋਂ ਕੁਝ ਬੋਲ ਗਏ। ਰਾਵਰ ਸੋਜਸ ਸੁਣਾ ਸਭ ਥਾਈ। ਕੀਰਤ ਪਸਰ ਰਹੀ ਅਦਿਖਾਈ। ਇਹ ਕਹਿੰਦੇ ਨੇ ਹੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ, ਆਪ ਜੀ ਦੀ ਕੀਰਤੀ ਬੜੀ ਸੁਣੀ ਹੈ। ਆਪ ਜੀ ਦਾ ਜਸ ਪੂਰੇ ਸੰਸਾਰ ਦੇ ਵਿੱਚ ਹਰ ਥਾਂ 'ਤੇ ਫੈਲਿਆ ਹੋਇਆ ਹੈ। ਚਹਿਤ ਮਿਲਾਪ ਬੀਤਿਓ ਕਿਤ ਕਾਲਾ। ਅਕਸ਼ ਮਾਤਰਬ ਮਿਲੇ ਕਿਰਪਾਲਾ। ਇਹ ਸੰਤ ਜਨ ਕਹਿੰਦੇ ਨੇ ਹੇ ਸਤਿਗੁਰੂ ਜੀ, ਅਸੀਂ ਕਾਫੀ ਸਮੇਂ ਤੋਂ ਚਾਹੁੰਦੇ ਸਾਂ ਕਿ ਆਪ ਜੀ ਦੇ ਕਿਤੇ ਦਰਸ਼ਨ ਕਰਨਾ ਚਾਹੁੰਦੇ ਸਾਂ। ਸਮਾਂ ਬੀਤ ਗਿਆ, ਨਿਕਲ ਗਿਆ,
पर ऐसा सवब कदे बने नहीं। अज अचानक तुसी आप कृपा की आके दर्शन दिते ने। करण संभाखण रावर साथा, बूझण चह प्रभु के गाथा। हुणे संत कहते ने, हे सतगुरु जी, असी आप जी दे नाल कुछ सवाल जवाब करने चाहुंदे हां। उस प्रभु की गाथा जिहड़ी है वो आप जी तो सुननी चाहुंदे हां। जे आप जी की आग्ञा होए तो कुछ पूछ लीए, क्योंकि सियाणे मनुख की ये निशानी है कि कुछ पुछण तो पहलों अगले की इच्छा वेख लो भी कोई दसन के मूड च है भी कि नहीं, कि सतगुरु जी उस रब के बारे कुछ पूछना पूछ लीए। जे आयस तुम देहूँ गुसाई, करे अपनों प्रश्न बनाई। जे तुसी आग्ञा दोगे दिता, आग्ञा बख्शिश करोगे तो फिर असी बढ़ा के अपना सवाल पूछिए। सुनकार श्री गुर गिरा उचारे, तुम बूझण पार हम बलिहारे। ये सुन के सतगुरु धन गुरु नानक साहब जी बड़े सहज दे विच मुस्कुराते हुए बोलते हैं कि भाई धन भाग ने, तुसी पुछो, तुहाडे पुछण तो असीं बलिहार जाने। क्योंकि सतगुरु जी जानते हैं इन्हां पुछना रब दे बारे, गल करनी है रब की। और सतगुरु जी कहते हैं असीं ते बलिहार जाइए। इवें ते संतां दे नाल, परमेश्वर की बंदगी करने वाले नाल ते जिन्ना भी समा किते बतीत हो जाए उन्ना ही थोड़ा है। जाते पयो प्रेम अबिरामू, हर चर्चा भगतन को कामू। सतगुरु जी बड़े प्रेम के नाल प्यार के नाल कहते हैं, भाई साडी जिहड़ी भगतां दी परमेश्वर दे बंदगी करने वाले ते ये कह लिए कि साडा ते काम ही चर्चा करना है। परमेश्वर की चर्चा, उनके गुणों की विचार करनी, यही तो साडा काम है। इस बित सफले घड़ी विवाहावें, ज्ञान कथा को सुने सुनावे। सतगुरु जी कहते हैं ज्ञान की कथा कुछ सुनांगे, कुछ सुनावांगे, जिहड़ा भी समा निकलेगा वो घड़ी साडी भी सफली हो जाएगी। और बाबा कबीर जी ने पावन बचन कहे ने, इवें दे संत भगत मिल जाण ते जिन्ना भी समा हो सके जिन्ना ही निकले। क्योंकि सवाल अक्सर होंदा कि साडे कोल टाइम ही नहीं हुंदा, समय ही नहीं निकलता। बाबा कबीर जी कहते हैं एक घड़ी कढ लो, अद्धे घड़ी कढ लो। इवें दे भगत जन किते मिल जाण, अद्धे तो अद्धे घड़ी कढ लो। क्योंकि जो रब के गुणों की विचार करनी है वो तो जिन्ना भी समा हो सके घट तो घट तो वध तो वध उन्ना ही लेखे विच लगना है। बाबा कबीर जी का पावन बचन है, कबीर एक घरे आधे घरे, आधे होंते आद, भगतन से ते गोष्ठे, जो किने सो लाभ। और ये जिहड़े आप जी बैठे हो सारे भगत जन ही हैं। इन्हों गुरु साहब जी संत कहते हैं कि जिन्हों ने रब की कथा सुननी है सुनानी है वो सारे भगत ने, सारे संत ने। और धन गुरु अमरदास सच्चे पातशाह जी तो सानू कई बारी कह के आवाज़ मार देंगे। धन गुरु ग्रंथ साहब के बहुत थावां ते गुरु साहब जी कहते हैं सुनो संतो। वो संतो किसी खास चोले का नाम नहीं, संतो वो सानू सारे नूं कहा है। हुण सतगुरु जी कृपा करते हैं कि कुछ सुनांगे कुछ सुनावांगे, भाई साडे भी वो घड़ी सफली होएगी। संत कह करतार जो कैसे ताहे बनाए। हुण इन्हां संत जनां ने पहला सवाल किया सतगुरु, वो जिहड़ा करतार है, हुण वो करतार कह लीए, रब कह लीए, अल्लाह खुदा वाहिगुरू कुछ भी कह लीए, जिहड़ा रब है उनके बारे कुछ बना के दसो। रूप रंग जिस चिहन है सो तुम देहो सुनाए। उस रब का उस करतार का रूप किहो जिहा है, उस परमेश्वर का रंग किहो जिहा, उनका कोई चक्कर चिन्ह कोई निशानी दसो कि रब जिहड़ा है परमेश्वर है किवें दा है, किड्डा। सब प्रमाण बतावो तिह को, सुर नार खोजत फिरहि जह को।
ਹੁਣ ਇਹ ਸੰਤ ਕਹਿੰਦੇ ਨੇ, ਇਹ ਸਤਿਗੁਰੂ ਜੀ, ਜਿਸ ਰੱਬ ਨੂੰ ਸੁਰ ਦੇਵਤੇ ਮਨੁੱਖ ਕੀ ਰਿਸ਼ੀ ਕੀ ਮੁਨੀ ਸਾਰੇ ਲੱਭ ਰਹੇ ਨੇ ਔਰ ਸ਼ੁਰੂ ਤੋਂ ਲੈ ਕੇ ਲੱਭ ਰਹੇ ਨੇ, ਉਸ ਰੱਬ ਦੇ ਬਾਬਤ ਜਿੰਨੇ ਵੀ ਪ੍ਰਮਾਣ ਆਪ ਜੀ ਜਾਣਦੇ ਹੋ ਉਹ ਸਾਨੂੰ ਦੱਸੋ। ਕਿਸ ਪ੍ਰਕਾਰ ਸੋ ਉਤਪਤ ਭਇਓ, ਕਿਦੋਂ ਆਪ ਹੀ ਤੇ ਬਣ ਗਇਓ। ਉਸ ਰੱਬ ਦੇ ਕਰਤਾਰ ਦੀ ਉਤਪਤੀ ਕਿਵੇਂ ਹੋਈ, ਉਹ ਕਿਸ ਤਰ੍ਹਾਂ ਦੇ ਨਾਲ ਪੈਦਾ ਹੋਇਆ, ਕਿ ਜਾਂ ਆਪਣੇ ਆਪ ਹੀ ਉਹ ਬਣਿਆ ਹੈ, ਆਪਣੇ ਆਪ ਤੋਂ ਬਣਿਆ ਹੈ। ਇਹ ਸਵਾਲ ਉਹਨਾਂ ਸੰਤਾਂ ਦਾ ਹੈ। ਤੁਮ ਹੋ ਮਿਲੇ ਭੇਵ ਸਭ ਜਾਨੋ, ਪਰਾ ਉਰਾ ਲੱਖ ਲਿਖਤ ਪਛਾਨੋ। ਸਤਿਗੁਰੂ ਜੀ ਅੱਜ ਕਿਰਪਾ ਕੀਤੀ, ਤੁਮ ਹੋ ਮਿਲੇ, ਅੱਜ ਤੁਸੀਂ ਮਿਲੇ ਹੋ ਤੇ ਤੁਹਾਨੂੰ ਮਿਲ ਕੇ ਭੇਦ ਸਭ ਜਾਣੇ, ਅਸੀਂ ਵੀ ਭੇਦ ਜਾਣ ਲਵਾਂਗੇ। ਉਰਾ ਪਰਾ ਉਰਾ ਲੱਖ ਲਈਤ ਪਛਾਨੋ, ਕਿ ਤੁਸੀਂ ਤੇ ਉਸ ਪਰਮੇਸ਼ਰ ਦਾ ਉਰਲਾ ਤੇ ਪਰਲਾ ਪਾਰ ਦੋਵੇਂ ਜਾਣਦੇ ਹੋ। ਤੇ ਸਤਿਗੁਰੂ ਜੀ ਕਿਰਪਾ ਕਰ ਦਿਓ, ਸਾਨੂੰ ਵੀ ਜਿਹੜਾ ਦਿਓ, ਸਮਝ ਦੇ ਦਿਓ। ਸੁਣ ਗੁਣ ਖਾਨੀ ਉਚਰੇ ਬਾਨੀ, ਅਹੋ ਸੰਤ ਤਿਹ ਅੰਤ ਨ ਜਾਨੀ। ਹੁਣ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇਖੋ ਆਪ ਪਰਮੇਸ਼ਰ ਨੇ। ਇਹ ਬਾਣੀ ਦੇ ਵਿੱਚ ਆਪਾਂ ਪੰਕਤੀ ਸਾਰੇ ਜਾਣਦੇ ਹਾਂ, ਆਪ ਪਰਮੇਸ਼ਰ, ਆਪ ਨਰਾਇਣ, ਕਲਾ ਧਾਰ, ਜਗ ਮਹਿ ਪਰਵਰਿ। ਪਰ ਨਿਮਰਤਾ ਦੇ ਵਿੱਚ ਆਏ ਉਹਨਾਂ ਸੰਤਾਂ ਨੂੰ ਕਹਿੰਦੇ ਨੇ, ਇਹ ਸੰਤ ਜਨੋ, ਅਸੀਂ ਕਿਤੇ ਭੇਦ ਜਾਣਦੇ ਹਾਂ। ਉਸ ਪਰਮੇਸ਼ਰ ਦਾ ਤੇ ਅੰਤ ਕੋਈ ਵੀ ਨਹੀਂ ਜਾਣ ਸਕਦਾ, ਅੱਜ ਤੱਕ ਕਿਸੇ ਨੇ ਜਾਣਿਆ, ਨਾ ਕੋਈ ਜਾਣ ਸਕਦਾ ਹੈ। ਕਹਿਨ ਬੇਅੰਤ ਅੰਤ ਇਹ ਆਹੀ, ਹੋਰ ਨ ਤਿਹ ਕੋ ਜਾਣਿਓ ਜਾਹੀ। ਸਤਿਗੁਰੂ ਕਹਿੰਦੇ ਨੇ ਉਸ ਪਰਮਾਤਮਾ ਦਾ ਅੰਤ ਤੇ ਕੇਵਲ ਇਹ ਕਹਿ ਕੇ ਪਾਇਆ ਜਾ ਸਕਦਾ ਹੈ ਕਿ ਉਹ ਬੇਅੰਤ ਹੈ। ਔਰ ਜਿੱਥੇ ਬੇ ਲੱਗ ਜੇ ਬੇਅੰਤ, ਮਤਲਬ ਇਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਉਹਨੂੰ ਤਾਂ ਸਿਰਫ ਬੇਅੰਤ ਹੀ ਕਿਹਾ ਜਾ ਸਕਦਾ ਹੈ। ਔਰ ਨ ਤਿਹ ਕੋ ਜਾਣੋ ਜਾਹੀ, ਇਸ ਤੋਂ ਵੱਧ ਉਸ ਰੱਬ ਪਰਮੇਸ਼ਰ ਨੂੰ ਨਹੀਂ ਜੇ ਜਾਣਿਆ ਜਾ ਸਕਦਾ। ਹੁਣ ਦਸ ਮਾਸ ਬਰਖ ਹੈ ਜੋਈ, ਨਿਸ ਦਿਨ ਏਕ ਸੁਰਨ ਕੋ ਸੋਈ। ਇਹ ਸਾਰੇ ਫਕੀਰ ਸੰਤ ਜਿਹੜੇ ਨੇ, ਇਹ ਵੈਸ਼ਨੋ ਮੱਤ ਦੇ ਨੇ, ਇਹਨਾਂ ਨੇ ਭਗਵੇ ਰੰਗ ਦੇ ਕੱਪੜੇ ਪਾਏ ਨੇ ਔਰ ਸਤਿਗੁਰੂ ਜੀ ਉਹਨਾਂ ਦੇ ਮੱਤ ਦੇ ਮੁਤਾਬਕ ਉਹਨਾਂ ਨੂੰ ਦੱਸ ਰਹੇ ਨੇ ਕਿ ਰੱਬ ਕਿੱਡਾ ਕੁ ਹੈ। ਉਹਦੇ ਬਾਰੇ ਤਾਂ ਕੋਈ ਵੀ ਨਹੀਂ ਜਾਣ ਸਕਦਾ। ਹੁਣ ਉਦਾਹਰਣ ਗੁਰੂ ਸਾਹਿਬ ਜੀ ਦਿੰਦੇ ਨੇ ਕਿ ਜਿਹੜਾ ਵੈਸ਼ਨਵ ਮੱਤ ਦੇ ਵਿੱਚ, ਜਾਂ ਜਿਹਨੂੰ ਹਿੰਦੂ ਮੱਤ ਵੀ ਕਹਿੰਦੇ ਨੇ, ਕਿ ਤੁਹਾਡੇ ਵਿੱਚ ਮਨੋਤ ਹੈ, ਵੈਸ਼ਨਵ ਮੱਤ ਵਿੱਚ ਮੰਨਦੇ ਨੇ। ਔਰ ਗੁਰੂ ਸਾਹਿਬ ਜੀ ਤੇ ਮੋਹਰ ਨਹੀਂ ਲਾਉਂਦੇ ਕਿ ਇਸੇ ਤਰ੍ਹਾਂ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮੱਤ ਕੀ ਹੈ, ਉਹ ਗੁਰੂ ਸਾਹਿਬ ਜੀ ਨੇ ਅਖੀਰ ਤੇ ਦਾ ਕੇ ਫਿਰ ਆਪਣਾ ਮੱਤ ਦੇਣਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਦਸ ਮਾਸ ਬਰਕ ਹੈ ਜੋਈ। 12 ਮਾਸ, 12 ਮਹੀਨੇ ਦਾ ਸਾਡਾ ਇੱਕ ਸਾਲ ਹੈ। ਨਿਸ ਦਿਨ ਏਕ ਸੁਰਨ ਕੋ ਸੋਈ। ਬਸ ਇਹ ਜਿਹੜਾ ਸਾਡਾ ਇੱਕ ਸਾਲ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਤੁਹਾਡੇ ਮਤ ਮੁਤਾਬਕ ਉਹ ਦੇਵਤਿਆਂ ਦਾ ਇੱਕ ਦਿਨ ਰਾਤ ਹੈ। ਹੁਣ ਧਿਆਨ ਦੇ ਕੇ ਇਸ ਗੱਲ ਨੂੰ ਸਮਝਣਾ ਬਹੁਤ ਲੰਬਾ ਚੌੜਾ, ਵੈਸੇ ਜੇ ਇਹਨੂੰ ਸਮਝ ਲਈਏ ਤਾਂ ਸਮਝ ਵਿੱਚ ਆ ਜਾਂਦਾ ਹੈ, ਪਰ ਅਖੀਰ ਤੇ ਗੁਰੂ ਸਾਹਿਬ ਜੀ ਸਮਝਾ ਵੀ ਦੇਣਗੇ ਸੌਖੇ ਢੰਗ ਨਾਲ। ਸਾਡਾ ਇੱਕ ਸਾਲ, ਦੇਵਤਿਆਂ ਦਾ ਸਿਰਫ ਦਿਨ ਰਾਤ ਹੈ। ਹਿਤਵੈ ਸਹੰਸਰ ਜੁਗ ਸੁਰ ਕੋ ਹੋਏ, ਬ੍ਰਹਮੇ ਕੋ ਨਿਸ ਦਿਨ ਹੈ ਸੋਏ। ਸਾਡਾ ਇੱਕ ਸਾਲ ਜਿਨ੍ਹਾਂ ਦੇਵਤਿਆਂ ਦਾ ਤੁਸੀਂ ਮੰਨਦੇ ਹੋ ਕਿ ਇੱਕ ਦਿਨ ਰਾਤ ਹੈ, ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇਵਤਿਆਂ ਦੇ 2000 ਸਾਲ ਉਮਰ ਇਹ ਮਨੌਤ ਹੈ, ਮੰਨੀ ਜਾਂਦੀ ਹੈ। ਹੁਣ ਸਾਡਾ ਇੱਕ ਸਾਲ ਤੇ ਸਿਰਫ ਉਹਨਾਂ ਦਾ ਇੱਕ ਦਿਨ ਰਾਤ ਹੈ, ਤੇ 2000 ਸਾਲ ਤੱਕ ਉਹਨਾਂ ਦੀ ਉਮਰ ਹੈ। ਇਹ ਕਿੱਡੇ ਕੁ ਅੰਦਾਜ਼ੇ ਤੋਂ ਪਰੇ ਹੈ ਕਿ ਅੱਜ ਜੇ ਸਾਲਾਂ ਦੀ ਗਿਣਤੀ ਕਰੀਏ, ਸਾਡੇ ਕੋਲ ਤਾਂ ਸਿਰਫ 2021 ਹੈ ਨਾ, ਇੰਨੇ ਕੁ ਸਾਲਾਂ ਦੀ ਗਿਣਤੀ ਹੈ। ਇਹ ਤਾਂ ਦੇਵਤਿਆਂ ਦੀ ਸਿਰਫ 19 ਕੁ ਉਮਰ ਹੀ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਅਸਲ ਵਿੱਚ ਇੰਨੀ ਉਮਰ ਵੀ ਨਹੀਂ, 2000 ਸਾਲ ਸਾਡੇ ਸਾਲਾਂ ਦੇ ਮੁਤਾਬਕ, ਜਿੰਨੇ ਸਾਡੇ ਸਾਲ ਨੇ ਉਨੇ ਤੋਂ ਉਹਨਾਂ ਦੇ ਦਿਨ ਨੇ। 2000 ਸਾਲ ਉਹਨਾਂ ਦੀ ਉਮਰ ਹੈ।
ब्रह्मे सो ब्रह्मे के बैस गिणत है। तो उस मुताबिक ही फिर तुहाडे मत विच वो ब्रह्मा जी की उम्र गिनी जाती है। तो ब्रह्मा जी की उम्र किवें गिनी जाती है? ऐ बिशन को निस दिन सोई, बरख सहस जप तिस होई। कहते ब्रह्मा जी का उन्हां दा एक साल, इन्ने जिहड़े साल 2000 साल गिने, 2000 साल ब्रह्मा जी का सिर्फ एक दिन रात है। कहने तो भाव कि ब्रह्मा जी की उम्र इन्नी लंबी है। ऐ बिशन को निस दिन सोई, तो जिन्नी ब्रह्मा जी की उम्र है, ये मन्निया जाता है कि इन्नी विष्णु जी की एक दिन ते एक रात है। बड़ा लंबा चौड़ा जो हिसाब लाइए तो एक कहने तो भाव है कि गिनती तो परे है, जिन्होंने सतगुरु धन गुरु नानक साहब जी ने पावन बचन बाणी के भी कही है कि ये लोगों की मनौत है ना, कि किसी की इन्ने युग साल उम्र है, किसी की इन्ने युग। तो धन गुरु नानक साहब जी जपजी साहब जी समझाते हैं भी युगों का की है। जे युग चारे आरजा, 4 युग की उम्र हो जाए, होर दसूनी होए, तो जे किसी को 4 युग भी घट लगती, 10 गुणा होर ला, 40 युग ला। पर एडी लंबी उम्र लैके भी उस रब का अंत थोड़ी पाया जा सकता है। हूँ तब तन तजनो विष्णु परमानो, एक दिवस शिव को पहचानो। हुण सतगुरु जी कहते हैं विष्णु का एक, ब्रह्मा जी का एक साल, विष्णु का दिन रात बनता है। बरख सहस ते 1000 साल जिहड़ी विष्णु की उम्र मन्नेगी, पर 1000 साल तो बाद भी तब तन तजनो विष्णु परमानु। पर विष्णु जी को शरीर तो फिर भी छड्डना ही पिया, कि उम्र सालों की गिनती भावें ना भी होगी, कि एडी वड्डी उम्र तो बाद भी शरीर तो छड्डना ही पिया। हुण सतगुरु जी कहते हैं विष्णु जी की जिहड़ी उम्र है, हुण कई साल कई युग जिहड़े ने ये बनते हैं विष्णु की उम्र। एक शिव दिवस शिवजू को पहचानो, जिन्नी विष्णु जी की सारी उम्र है, इन्नी तो शिव जी की मन्नी गई है कि एक सिर्फ दिन रात की है। भाव के इन्हों की उम्र का अंत कोई नहीं। ऐसे हुए बरख सत जब ही, तन को शोर देह शिव तब ही। तो उन्होंने सालों के मुताबिक जदों 100 साल की उम्र शिव जी की हुई, ऐसे हुए वर्ष शत शत दर्थ 100। तो शिव जी भी अपनी देह छड्ड जाते हैं, शरीर वो भी छड्ड जाते हैं। इतनो काल बीत्यो जोई, एक निमक माया के सोई। हुण इन्हां सारिਆਂ दी तिन्नां दी उम्रां एडियां एडियां वड्डियां, ते इन्हां सारिਆਂ दी जिड्डी जिड्डी युग जिन्ने जिन्ने साल की उम्र है। कहते उस रब परमेश्वर का तो सिर्फ इन्ना कुछ समा बनता है जिन्ना निमक मात्र है। अख चमकण का समा सिर्फ इन्ना को बनता है। भाव के रब के अगे परमेश्वर की माया के अगे तो कुछ नहीं। अख चमकण जिन्हें समा बनता है। तिस मायो को नाही अंता, तिह पत को कहे बिरदंता। सतगुरु जी कहते हैं उस रब के तो माया के अंत नहीं, तो रब का अंत किने पाउंदा है। इस माया के मालक का बिरतांत किवें दसी, किवें अंत पाया जा सकता है। हस कह सिर गुर परम उधारा, शब्द गूजरे बिखै उचारा। सतगुरु धन गुरु नानक साहब जी ने इस तरह बचन कह के भाई मरदाने नूं कहंदे मरदाने तार छेड़, बाणी आई है। गूजरी राग दे विच गुरु साहब जी ने उत्ते शब्द का गायन किया। गूजरी महला पहला, नाभ कमल ते ब्रह्मा उपजे, वेद पढ़े मुख कंठ सवार। ताको अंत न जाए लखड़ा, आवद जात रहे गुबार। हुण धन गुरु नानक साहब जी ने पहले पदे विच पहली पंक्ति उन्हां दे मुताबिक जो कुछ वो मनते हैं। सतगुरु जी कहते हैं नाभ कमल ते ब्रह्मा उपजा, नाभ नाभि कि ये उन्हां दी मनोत है कि विष्णु जी के नाभि दे विचों एक कमल का फुल निकलिया।
और कई बार फोटोआं तो दिसदा भी है, नाभे दे विचों फुੱਲ निकलता है, फुੱਲ दे उत्ते ब्रह्मा जी बैठे होंदे ने। नाभ कमल ते ब्रह्मा उपजे, विष्णु जी दे नाभे दे विचों फुੱਲ उगया, उस फुੱਲ दे विचों ब्रह्मा जी पैदा होए। फिर कहते वेद पढ़े मुख कंठ सवार, ये जिन्नी लंबी उम्र दसी, इन्हां दे उम्रां दे मुताबक कहते फिर बड़े सवार के अपने मुख तो इन्होंने जड़े ने वो वेद रचे, वेदां की रचना की। पर सतगुरु जी कहते हैं इहदा मतलब ये थोड़ी कि एडी वड्डी उम्र हो के कमल के फुੱਲ विचों पैदा होकर रब दा अंत पा लिया। कहते नहीं भाई, ताको अंत ना जाई लखना, उस रब का अंत उन्हें नहीं पाया, ना कोई पा सकता है। आवत जात रहे गुबार, इवें दे ब्रह्मा, इवें दे विष्णु, इवें दे शिव जी, तो कई बारी आए तो कई बारी गए। आवत जात रहे गुबार, गुबार का अर्थ वैसे होंदा हनेरा, तो हनेरे का भाव अर्थ अज्ञानता। रहे वो अज्ञानता दे विच, और जिन्होंने दुनिया के लोग मानते हैं कि ब्रह्मा जी ने सृष्टि साजी जी, शिव जी रोटी, शिव जी जड़े ने वो अंत करते हैं, विष्णु जी रोजी देंगे ने। पर धन गुरु नानक साहब जी ने पावन बचन बाणी के विच गए ने, कहते भलो किहड़े भुलेखे विच, ये तो बेचारे आप ही बीमार ने, तो बीमारां ने दूजियां नूं कित्थों पैदा करना, तो रोजी कित्थों देनी है। ये गुरु साहब के पावन बचन ने, और कई बार आप पढ़ने हुक्मनामे के विच भी आते हैं। सतगुरु जी कहते हैं ब्रह्मा विष्णु महादेव त्रै गुण रोगी, ये तो तिन्ने रोगी ने, विच होमै कार कमाई, होमे का इन्होंने रोग ही बड़ा वड्डा है। हुण सतगुरु जिथे कृपा करते हैं भाई, उनका अंत तो ना इन्हों ने पाया, ना कोई होर पा सकता है। प्रीतम क्यों बिसरे मेरे प्राण आधार, सतगुरु जी कहते हैं हे संत जनों, उस साईं के चरणों में अरदास करिए जिहड़ा एडा बेअंत है, उन्होंने कहिए कि प्रीतम क्यों बिसरे मेरे प्राण आधार, तू सानू क्यों भुलना है, तू तो साडे प्राणों का आधार है। तो इवें का आधार बनाया जिन्होंने गुरु साहब जी कहते हैं आखां जीवा विसरै मर जाऊँ, तू भुलना है तो साडी आत्मक मौत है। अरदास करिए कि क्यों भुलना है, ना भुलिया कर। जाके भगत करे जन पूरे, मुन जन से मैं गुर विचार। सतगुरु कहते हैं उस रब के परमेश्वर के भगत जन जड़े ने वो सेवा करते हैं, वो केवल सिमरन करते हैं। कोई ऋषि कोई मुनि उन्होंने उपदेश के मुताबिक ने उन्होंने सिमरते हैं, बस उन्होंने केवल सिमर के तो एको ही वचन कहा जा सकता है कि वो बेअंत है। एको गल कही जा सकती है कि तेरा अंत न कि नहीं पाया। दोहरा श्री नारायण नाबते उपजो कमल अनूप। हुण कवि संतोख सिंह जी के लिखते हैं कि गुरु साहब जी उन्होंने समझाते हैं कि तुहाडे मत के मुताबिक किस तरह है ना कि विष्णु जी की धुनी तो सोहना कमल का फुल प्रगट होया। श्री नारायण नाबते विष्णु जी की धुनी तो नाभि तो उपजो कमल अनूप, बड़ा सोहना कमल का फुल पैदा होया। तिस माही ब्रह्मा भयो चतुर्बदन जिस रूप। तो कहते ये क्या जाता है कि उस फुल के विचों ब्रह्मा जी पैदा होया। तो ब्रह्मा भी उस जिंदे चार मूँह ने, चार मूँहों वाला ब्रह्मा जी पैदा होया। सो खोजन लाग्यो करतारा, नह जान्यो ते पारा वारा। सो का अर्थ है कि वो ब्रह्मा जी मन दे विच विचार आए कि उस रब का कोई अंत तो पाई उन्होंने लभीए तो सही। खोजन लगे नह जान्यो ते पारा वारा, जिंदी एडी वड्डी उम्र दसी कहते पारा वार उस ब्रह्मा ने नहीं जानिया। खोज खोजत रह गयो हारू, नर बपरे के कौन विचारू। सतगुरु जी कहते हैं उस विष्णु जी वर्गे ब्रह्मा जी वर्गे खोजते खोजते रब का अंत पाते पाते वो हार गए। तो विचारे मनुख की तो गिनती किहड़ी है, उन्होंने हिसाब नाल मनुख की उम्र कितनी को है जी। कह संत सब हमें सुनावो,
ਜੋ ਖੋਜੇ ਹੈ ਆਦ ਬਤਾਵੋ। ਹੁਣ ਇਹਨਾਂ ਸੰਤ ਜਨਾਂ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਜਾਣਦੇ ਕਿ ਜਿਵੇਂ ਆਪ ਜੀ ਨੇ ਦੱਸਿਆ ਕਿ ਵਿਸ਼ਨੂੰ ਜੀ ਬ੍ਰਹਮਾ ਜੀ ਇਹ ਖੋਜਣ ਲੱਗੇ, ਅੰਤ ਨਹੀਂ ਪਾਇਆ, ਤੇ ਇਹਨਾਂ ਨੇ ਕਿਵੇਂ ਕਿਵੇਂ ਖੋਜਿਆ, ਸਾਨੂੰ ਸਾਰਾ ਕੁਝ ਉਹਨਾਂ ਦੇ ਬਾਰੇ ਵੀ ਦੱਸੋ। ਕੋਏ ਨਾ ਤੁਮ ਤੇ ਧਰੁ ਬ੍ਰਿਤਾਂਤਾ, ਕਰ ਪਾਰ ਬਦਰ ਹਿਰਦੈ ਅਸਗਿਆਤਾ। ਹੁਣ ਸੰਤ ਕਹਿੰਦੇ ਨੇ ਸਤਿਗੁਰੂ ਜੀ ਕਿਉਂਕਿ ਤੁਹਾਡੇ ਤੋਂ ਕੁਝ ਵੀ ਛੁਪਿਆ ਹੋਇਆ ਨਹੀਂ। ਕੋਈ ਨਾ ਤੁਮ ਤੇ ਧਰੁ ਬ੍ਰਿਤਾਂਤਾ, ਕਿਹੜੀ ਕਥਾ ਹੈ, ਕਿਹੜਾ ਬ੍ਰਿਤਾਂਤ ਹੈ ਜਿਹੜਾ ਤੁਸੀਂ ਨਹੀਂ ਜਾਣਦੇ, ਜਿਹੜਾ ਤੁਹਾਡੇ ਤੋਂ ਲੁਕਿਆ ਹੋਇਆ ਹੈ। ਜਿਵੇਂ ਹੱਥ ਦੇ ਉੱਤੇ ਬੇਰ ਹੁੰਦਾ ਨਾ, ਔਰ ਬੇਰ ਹੱਥ ਦੇ ਉੱਤੇ ਪਿਆ ਹੋਵੇ ਤੇ ਕਿਸੇ ਨੂੰ ਪੁੱਛਣਾ ਹੋਵੇ ਕੋਈ ਔਖਾ ਥੋੜ੍ਹੀ ਹੈ ਕਿ ਬੇਰ ਕਿੱਥੇ ਹੈ। ਸਤਿਗੁਰੂ ਜੀ ਇਵੇਂ ਰੱਬ ਦੇ ਬਾਰੇ ਤੁਸੀਂ ਜਾਣਦੇ ਹੋ, ਬ੍ਰਹਮਾ ਜੀ ਬਾਰੇ ਜਾਣਦੇ ਹੋ, ਕਿਰਪਾ ਕਰਕੇ ਸਾਨੂੰ ਦੱਸੋ। ਸ੍ਰੀ ਗੁਰ ਭਣੈ ਸੁਣੋ ਹਿਤ ਸੰਗਾ, ਸ੍ਰਿਸ਼ਟ ਸਿਰਜਣ ਤੇ ਪ੍ਰਥਮ ਪ੍ਰਸੰਗਾ। ਹੁਣ ਜਦੋਂ ਇਹਨਾਂ ਨੇ ਸਵਾਲ ਕੀਤਾ ਸਾਰਾ ਬਿਰਤਾਂਤ ਦੱਸੋ, ਤੇ ਸਤਿਗੁਰੂ ਜੀ ਬੜੇ ਪ੍ਰੇਮ ਦੇ ਨਾਲ ਕਹਿੰਦੇ ਨੇ ਫਿਰ ਸੁਣੋ। ਸਭ ਤੋਂ ਪਹਿਲਾਂ ਤਾਂ ਪ੍ਰਿਥਵੀ ਦੀ ਜਿਹੜੀ ਸਿਰਜਣਾ ਹੋਈ, ਜਿਹਨੂੰ ਇਹ ਮੰਨਦੇ ਨੇ ਕਿ ਬ੍ਰਹਮਾ ਜੀ ਨੇ ਕੀਤੀ, ਗੁਰੂ ਸਾਹਿਬ ਜੀ ਕਹਿੰਦੇ ਉਹਦੇ ਬਾਰੇ ਵੀ ਸੁਣੋ। ਸਭ ਤੋਂ ਪਹਿਲਾਂ ਉਹਦੇ ਬਾਰੇ ਸੁਣੋ। ਬ੍ਰਹਮਾ ਭਇਓ ਕਮਲ ਤੇ ਜਬ ਹੀ, ਉਸਤਤ ਠਾਨੀ ਪ੍ਰਭ ਕੇ ਤਬ ਹੀ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬ੍ਰਹਮਾ ਜੀ ਜਦੋਂ ਕਮਲ ਦੇ ਫੁੱਲ ਵਿੱਚੋਂ ਪੈਦਾ ਹੋਏ, ਬ੍ਰਹਮਾ ਭਇਓ ਕਮਲ ਤੇ ਜਬ ਹੀ, ਉਸਤਤ ਠਾਨੀ ਪ੍ਰਭ ਕੀ ਤਬ ਹੀ। ਤੇ ਮਨ ਦੇ ਵਿੱਚ ਇਹ ਠਾਣ ਲਿਆ ਕਿ ਉਸ ਰੱਬ ਦੇ ਪਰਮੇਸ਼ਰ ਦੀ ਉਸਤਤ ਕਰਨੀ ਹੈ, ਸਿਫਤ ਸਲਾਹ ਕਰਨੀ ਹੈ। ਤਤ ਗਿਆਨ ਕੇ ਜਾਣਵੇ ਜਗੇ, ਪ੍ਰੀਤ ਮਨ ਮਾਹੇ। ਔਰ ਜਿਵੇਂ ਜਿਵੇਂ ਉਸਤਤ ਕਰਨ ਲੱਗੇ ਤਤ ਗਿਆਨ ਹੋ ਗਿਆ। ਤਤ ਗਿਆਨ ਦੇ ਵਿੱਚ ਆ ਕੇ ਜਿਵੇਂ ਜਿਵੇਂ ਸਿਫਤ ਕਰਦੇ ਨੇ ਉਵੇਂ ਉਵੇਂ ਅੰਦਰ ਦਾ ਪਿਆਰ ਵੱਧਦਾ ਜਾਂਦਾ ਸੀ। ਕੈਸੋ ਕਰਤਾ ਪੁਰਖ ਹੈ, ਦੇਖਣ ਉਮਗੇ ਚਾਹੇ। ਉਸ ਰੱਬ ਦੇ ਸਿਫਤ ਕਰਦਿਆਂ ਕਰਦਿਆਂ ਕਹਿੰਦੇ ਬ੍ਰਹਮਾ ਜੀ ਦੇ ਮਨ ਵਿੱਚ ਇੱਕ ਚਾਅ ਪੈਦਾ ਹੋ ਗਿਆ। ਕੈਸੋ ਕਰਤਾ ਪੁਰਖ ਹੈ, ਕਿ ਉਹ ਕਰਤਾ ਪੁਰਖ ਕਿਹੋ ਜਿਹਾ ਹੈ। ਹੁਣ ਕਰਤਾ ਦਾ ਅਰਥ ਆਪ ਜੀ ਜਾਣਦੇ ਹੋ, ਜਿਹਨੇ ਕੀਤਾ, ਕਿ ਜਿਹਨੇ ਵਿਸ਼ਨੂੰ ਜੀ ਨੂੰ ਕੀਤਾ, ਜਿਹਨੇ ਫੁੱਲ ਨੂੰ ਕੀਤਾ, ਜਿਹਨੇ ਮੈਨੂੰ ਪੈਦਾ ਕੀਤਾ, ਉਹ ਕਰਤਾ ਪੁਰਖ ਕਿਹੋ ਜਿਹਾ ਹੈ। ਇਹ ਦੇਖਣ ਦੀ ਜਿਹੜੀ ਚਾਹਤ ਹੈ ਬ੍ਰਹਮਾ ਜੀ ਦੇ ਅੰਦਰ ਪੈਦਾ ਹੋਈ। ਰਿਚਾ ਪ੍ਰਸ਼ੰਸਾ ਕੇ ਬਹੁ ਕਰਹਿ, ਲਾਏ ਪ੍ਰੇਤ ਮੁਖ ਬਚਨ ਉਚਰਹਿ। ਕਹਿੰਦੇ ਪ੍ਰਭੂ ਨੂੰ, ਪਰਮੇਸ਼ਰ ਨੂੰ ਪ੍ਰਸੰਨ ਕਰਨ ਲਈ ਉਹਦੀ ਉਸਤਤ ਜਿਉਂ ਕਰਨ ਲੱਗੇ, ਜਿਉਂ ਮੰਤਰ ਪੜ੍ਹੇ ਤੇ ਜਿਵੇਂ ਜਿਵੇਂ ਪੜ੍ਹਦੇ ਨੇ, ਜਿਵੇਂ ਜਿਵੇਂ ਉਸਤਤ ਕਰਦੇ ਨੇ, ਪ੍ਰੀਤ ਦੇ ਨਾਲ ਕੇਵਲ ਪੜ੍ਹਦੇ ਨਹੀਂ ਗਾਉਂਦੇ ਵੀ ਨੇ। ਲਾਏ ਪ੍ਰੀਤ ਮੁਖ ਬਚਨ ਉਚਰਹਿ, ਮਧੁਰ ਮਧੁਰ ਸੁਰ ਸਿਉ ਤਬ ਗਾਵੈ, ਅਦਕ ਰੇਜ ਕੈ ਹਰਖ ਵਡਾਵੈ। ਉਹ ਮਿੱਠੇ ਧੁਨ ਦੇ ਵਿੱਚ ਗਾਉਂਦੇ ਵੀ ਨੇ, ਤੇ ਜਿਵੇਂ ਗਾਉਂਦੇ ਨੇ ਪ੍ਰੀਤ ਵੱਧਦੀ ਹੈ, ਹੋਰ ਜ਼ਿਆਦਾ ਵੱਧਦੀ ਹੈ, ਅੰਦਰ ਦੀ ਖੁਸ਼ੀ ਹੋਰ ਵੱਧਦੀ ਹੈ। ਪਦੈ ਪ੍ਰੇਤ ਪੁਨ ਅਵਰ ਕਰੇ, ਅਰਥ ਵਿਚਾਰ ਬੜੋ ਸੁਖ ਲਈ। ਕਹਿੰਦੇ ਜਿਵੇਂ ਜਿਵੇਂ ਪ੍ਰੀਤਮ ਦੇ ਉਸ ਪਿਆਰੇ ਦੀ ਸਿਫਤ ਨੂੰ ਬ੍ਰਹਮਾ ਜੀ ਕਰਦੇ ਨੇ, ਉਵੇਂ ਉਵੇਂ ਪ੍ਰੀਤ ਹੋਰ ਵੱਧਦੀ ਹੈ। ਅੱਗੇ ਚਾਅ ਹੋਰ ਪੈਦਾ ਹੁੰਦਾ ਕਿ ਉਹਦੇ ਬਾਰੇ ਕੁਝ ਹੋਰ ਜਾਣਾ, ਉਹਨੂੰ ਸਮਝਾ ਤਾਂ ਸਹੀ ਰੱਬ ਹੈ ਕੀ। ਫਿਰ ਕਹਿੰਦੇ ਨੇ ਜਿਹੜੀ ਸਿਫਤ ਕਰਦੇ ਨੇ ਉਹਦੇ ਵਿਚਾਰ ਵੀ ਕਰਦੇ ਨੇ, ਅਰਥ ਵੀ ਕਰਦੇ ਨੇ। ਪ੍ਰੇਮ ਮਗਨ ਮੁਖ ਗਦ ਗਦ ਬਾਨੀ, ਗਾਵੇਂ ਰਿਜੇ ਆਨੰਦ ਮਾਨੀ। ਪ੍ਰੇਮ ਦੇ ਵਿੱਚ ਮਗਨ ਹੋ ਕੇ ਜਦੋਂ ਬ੍ਰਹਮਾ ਜੀ ਗਾਉਂਦੇ ਸਨ, ਬੜੇ ਪ੍ਰਸੰਨ ਹੁੰਦੇ ਸਨ, ਆਨੰਦ ਮਾਣਦੇ ਸਨ। ਅੰਦਰ ਦੇ ਰੀਝ, ਅੰਦਰ ਦਾ ਚਾਅ ਹੋਰ ਵੱਧਦਾ ਸੀ। ਚਤੁਰ ਵੇਦ ਤਬ ਕਰੇ ਵਿਧਾਤਾ, ਜੋ ਜਗ ਵਿਖੈ ਅਹਿ ਬਖਿਆਤਾ। ਸਤਿਗੁਰੂ ਕਹਿੰਦੇ ਬ੍ਰਹਮਾ ਜੀ ਨੇ ਉਸ ਰੱਬ ਦੀ, ਪਰਮੇਸ਼ਰ ਦੀ ਸਿਫਤ ਵਿੱਚ ਫਿਰ 4 ਵੇਦਾਂ ਦੀ ਵੀ ਰਚਨਾ ਕੀਤੀ, ਜਿਹੜੇ ਸਾਰੇ ਸੰਸਾਰ 'ਚ ਜਾਣੇ ਜਾਂਦੇ ਨੇ। ਤਿਨੇ ਬਿਲੋਕਤ ਰਿਖੀ ਪ੍ਰਬੀਨੇ, ਸਿਮਰਤ ਸ਼ਾਸਤਰ ਬਹੁ ਰਚ ਦਿਨੇ। ਉਹਨਾਂ ਵੇਦਾਂ ਨੂੰ ਵੇਖ ਕੇ ਜਿਹੜੇ ਰਿਖੀ ਨੇ, ਮੁਨੀ ਨੇ, ਉਹਨਾਂ ਨੇ ਅੱਗੇ ਸਿਮਰਤੀਆਂ, ਸ਼ਾਸਤਰ ਕੋ ਕਈ ਕੁਛ ਉਹਨਾਂ ਨੂੰ ਵੇਖ ਕੇ ਅੱਗੇ ਹੋਰ ਰਚਨਾ ਕੀਤੀ। ਚਤੁਰ ਵੇਦ ਅਸ ਕਰ ਬਹੁਰ, ਉਰ ਮਹਿ ਕੇਨ ਵਿਚਾਰ ਚਤੁਰ।
वेद अस कर। इस तरह 4 वेदां की रचना करन तो बाद कहते ब्रह्मा जी ने फिर इस तरह विचार की, किस ते मैं उत्पत भयो को उपजावनहार। कि एक दिन ब्रह्मा जी ने सोचा कि मैं किंदे तो पैदा होया, मैनू पैदा करने वाला कौन है। क्योंकि जिहड़ी लोकां उन्हां दी मनोत है कि ब्रह्मा जी ने सारिਆਂ ਨੂੰ पैदा किया है, पर ये विचार तो बनती ना, ब्रह्मा जी आप विचार करते हैं कि मैनू किने पैदा किया। इन्ने को विचार समझ आ जाए कि फुੱਲ विचों पैदा होया, फुੱਲ ਨੂੰ किने पैदा किया, विष्णु जी ने। विचार तो फिर उत्थे है कि विष्णु जी ਨੂੰ किने पैदा किया। हुण कहते रब का अंत पाउंदे पाउंदे पहलों ये विचार आई कि मैं कितों पैदा होया, मैं कौन। करे दृष्ट देखे तिस चारा, जह तह जल है अपर अपारा। कहते जदों दृष्टि ला के ध्यान करके ब्रह्मा जी ने ये जानने का यतन किया कि मैं पैदा कितों होया, तो ध्यान में की आया कि सारिया थावां ते केवल पानी ही पानी है, हर पासे पानी है। कह मैं हूँ कह जल है दूजो, और न कह थल दिसत तीजो। ब्रह्मा जी ने वेख्या कि जां तो केवल पानी है तो जां मैं हाँ। पानी तो बिना और मेरे तो बिना तीजा तो कोई है ही नहीं, कोई नज़र ही नहीं आ रहा। उपजो गर्भ ना मोह बिनयाना, मैं कहे उस्तत करो बखाना। ये विचार करके इन्ना कुछ जान गए ब्रह्मा जी कि मेरे तो बिना और पानी तो बिना होर कुछ भी नहीं, तो जे मेरे तो बिना होर कुछ है ही नहीं तो फिर मैं सिफत किंदी करता फिरना। कहते ये सोच के उपजो गर्भ ना मोह बिनयाना, ये सोच के मन में गर्भ का इत्थे अर्थ अहंकार पैदा हो गया कि मैं कहे उस्तत करो बखाना, मैं कितने उस्तत करता फिरना, इत्थे तो केवल मैं ही हाँ। और इसे गुरु साहिब जी ने कहा सी ये रोगी ने, होमे दे रोगी ने, अंदर होमे आ गए। करण करावण मैं करतारा, अपर न है को सिरजनहारा। ब्रह्मा जी ने बस ये पक्की ठान ले के करने वाला भी मैं तो कराने वाला भी मैं ही करतारा। बस होर कोई सिरजनहारा है ही नहीं, क्योंकि ब्रह्मा जी की नज़र में इन्ना कोई आया पानी तो मैं। पर धन गुरु नानक देव सच्चे पातशाह ने पूछे सतगुरु जी पानी किने बनाया सी। पानी भी तो कितों बनया ना, पानी हवा तो बनया। गुरु साहब ने पावन बचन कहे कि उस परमेश्वर ते साचे ते पवना पया, पवने ते जल हुए। सच्चे रब तो हवा पैदा हुई, हवा तो पानी बनया, पानी को अपने आप थोड़ी आ गया। पर ब्रह्मा जी को इन्ना को नज़र आया कि पानी है जब मैं, तो मतलब फिर मैं ही करता रहा। जो होवत तो दिसत मोही, लख्यो न को याते न है होही। ब्रह्मा जी ने विचार किए कि जो कुछ है सो मैंने दिस गया है, बस सिर्फ पानी है जब मैं है, इस करके होर कोई है ही नहीं। इस बिद हृदय गर्भ जब पह्यो, मैं हूँ अवर्ण करता बेयो। कहते इस तरह जो हंकार होया ब्रह्मा जी को कि मैं ही हाँ, मेरे तो बिना होर कोई नहीं करता। ये जो हंकार हो गया मेरे तो बिना दूसरा कोई है ही नहीं। तब गंभीर धुन सो मधुर बानी पई आकाश। तो धन गुरु नानक साहब जी कहते तो बड़ी गंभीर धुन दे विच एक बड़ी गंभीर बड़ी मिठी आवाज़ आई, आकाशवाणी हुई। क्यों गर्भत ब्रह्मा हृदय, मैं हूँ करत प्रकाश। कहते आवाज़ आई कि हे ब्रह्मा क्यों हंकार विच आ गया है, मैं हूँ करत प्रकाश, वो मैं हाँ जिन्हें तेरा प्रकाश किया, तेनू पैदा किया। जिस ते होयो जन्म तुम्हारा, तेह को खोजो आए बिचारा। सतगुरु जी कहते ने आवाज़ आई कि ब्रह्मा वो मैं हाँ जिंदे तो तेरा जन्म होया, जिंदे खोज करने वास्ते तू मन में विचार लेके आया कि मैं लभना है, वो मैं हाँ।
सुनकार ब्रह्मे बचन उचारा, भले भांत सब सथल निहारा। कहते ये सुन के ब्रह्मा जी ने फिर उत्थे ये बचन किए कि मैं तो चंगी तरह वेख लिया चारे पासे, सारे पासे देख लिया कि इत्थे पानी तो बिना तो मेरे तो बिना कोई है ही नहीं। कै मैं हूँ कै जल है इहाँ, अपर न पिखियो पेख बहु रहा। कि जां तो इत्थे पानी है जां मैं है, मैं तो चंगी तरह वेख लिया कि तीसरा कोई है ही नहीं। ना जे कोई हुंदा तो नज़र ना आउंदा, पूरी सृष्टि दे विच तीसरा कोई नहीं। जेकर तीजो है कह थाई, मोको अब देहो बताई। जिहड़ी आवाज़ आई, ब्रह्मा जी उस आवाज़ नूं कह रहे हैं कि जे मेरे तो बिना पानी तो बिना कोई तीजा है तो फिर मैनूं घट्टो घट्ट दिसे तो सही जा विखा दिओ, दस दिओ कि तीजा कौन है। हुण धन गुरु नानक देव सच्चे पातशाह जी कृपा कर रहे हैं कि ये ब्रह्मा जी ने रब का अंत पाउण लगे ये सारा कुछ किया। अगे गुरु साहिब जी जिवें कृपा करनगे वो कल विचारांगे। हुई भुलों की खिमा। आओ एक दो मिनट होर रसना दे नाल हाजरी लवाइए, फिर समाप्ति है जी। वाहेगुरु वाहेगुरु वाहेगुरु।